ਕੈਨੇਡਾ ਦੇ ਵਿੱਚ ਸਾਡੀਆਂ ਪੰਜਾਬੀ ਭੈਣਾਂ ਜਿਨ੍ਹਾਂ ਦੀ ਬਹੁਤਾਤ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇੰਨੀਆਂ ਕੁੜੀਆਂ ਪੰਜਾਬੀ ਕੁੜੀਆਂ ਦਾ ਮਰ ਜਾਣਾ ਆਪਣੇ ਆਪ ਦੇ ਵਿੱਚ ਇਹ ਖਬਰ ਸਾਨੂੰ ਸਾਰਿਆਂ ਨੂੰ ਅੰਦਰੋਂ ਅੰਦਰੀ ਝੰਜੋੜ ਕੇ ਰੱਖ ਰਹੀ ਹੈ, ਚਿੰਤਾ ਦੇ ਵਿੱਚ ਵੀ ਪਾ ਰਹੀ ਆ। ਪਰ ਇਹੋ ਜਿਹੇ ਕਿਹੜੇ ਕਾਰਨ ਹੋ ਜਾਂਦੇ ਨੇ ਕਿ ਜਦੋਂ ਪੰਜਾਬ ਤੋਂ ਅਸੀਂ ਵਿਦੇਸ਼ ਦੀ ਧਰਤੀ ਤੇ ਉਤਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਸਾਡੀਆਂ ਪੰਜਾਬੀ ਭੈਣਾਂ, ਸਾਡੀਆਂ ਪੰਜਾਬੀ ਕੁੜੀਆਂ, ਸਾਡੀਆਂ ਪੰਜਾਬੀ ਧੀਆਂ ਬਦਲ ਗਈਆਂ। ਕਿੰਨੇ ਕੇਸ ਸਾਹਮਣੇ ਆਏ ਆ ਕਿ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਬਾਹਰ ਪੜ੍ਹਨ ਗਈ ਕੁੜੀ ਉੱਥੇ ਜਾ ਕੇ ਮੁੱਕਰ ਗਈ, ਮੁੰਡੇ ਵਾਲਿਆਂ ਦਾ 30-35 ਲੱਖ ਰੁਪਈਆ ਲੱਗਿਆ ਹੋਇਆ ਸੀ। ਕੀ ਇਹੋ ਜਿਹੇ ਕਾਰਨ ਬਣਦੇ ਆ? ਕੀ ਫੈਮਲੀਆਂ ਸਪੋਰਟ ਕਰਦੀਆਂ ਨੇ? ਮਾਪਿਆਂ ਨੂੰ ਜ਼ਿਆਦਾ ਸਮਝਣ ਦੀ ਜ਼ਰੂਰਤ ਆ ਕਿ ਸਿਰਫ ਅਸੀਂ ਆਪਣੀ ਧੀ ਦੇ ਮੋਢਿਆਂ ਤੇ ਬੋਝ ਪਾ ਰਹੇ ਹਾਂ, ਇੱਕ ਦੂਜੇ ਪਰਿਵਾਰ ਦਾ ਵੀ, ਫਿਰ ਸਿਰਫ ਜਹਾਜ਼ ਦੀ ਤਾਕੀ ਫੜਾ ਕੇ ਉਹਨੂੰ ਬਾਹਰਲੇ ਮੁਲਕ ਭੇਜ ਦਿੰਦੇ ਆ। ਕੀ ਉਹ ਕੁੜੀ ਉਸ ਮੁੰਡੇ ਨਾਲ ਸਾਰੀ ਜ਼ਿੰਦਗੀ ਬਿਤਾਉਣ ਦੇ ਲਈ ਰੈਡੀ ਆ ਜਿਹੜੇ ਮੁੰਡੇ ਨੇ 30 ਜਾਂ 35 ਲੱਖ ਰੁਪਈਆ ਲਾਇਆ? ਜਾਂ ਫਿਰ ਉਹ ਇੱਥੇ ਆ ਕੇ ਉਹਨੂੰ ਲੱਗਦਾ ਕਿ ਹੁਣ ਮੇਰਾ ਮੈਂਟਲ ਲੈਵਲ ਮੈਚ ਨਹੀਂ ਕਰਦਾ? ਕੀ ਉਸ ਵਕਤ ਅਖਬਾਰਾਂ ਦੀ ਸੁਰਖੀ ਪੜ੍ਹਦੇ ਵਕਤ ਹਰ ਉਸ ਪਿਤਾ ਜਾਂ ਹਰ ਉਸ ਭਰਾ ਦਾ ਦਿਲ ਨਹੀਂ ਦਹਿਲਦਾ ਜਦੋਂ ਪੜ੍ਹਦੇ ਹਾਂ ਕਿ ਇੱਥੋਂ ਕੁੜੀ ਉੱਥੇ ਗਈ ਸੀ, ਉੱਥੇ ਉਹਨੇ ਬॉयਫ੍ਰੈਂਡ ਬਣਾ ਲਿਆ, ਉੱਥੇ ਉਹਦਾ ਆ ਹੋ ਗਿਆ? ਪ੍ਰਾਈਮ ਏਸ਼ੀਆ ਟੀਵੀ ਦੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡੀ ਆਪਣੀ ਪਰਿਵਾਰਕ ਮੈਂਬਰ ਰਾਜਵੀਰ ਕੌਰ ਜੌਹਲ। ਪ੍ਰਾਈਮ ਏਸ਼ੀਆ ਟੀਵੀ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਉਹ ਪੱਖ ਦੇ ਮੁੱਦੇ ਤੇ, ਹਰ ਉਹ ਸੋਸ਼ਲ ਮੁੱਦੇ ਦੇ ਉੱਤੇ ਗੱਲ ਕੀਤੀ ਜਾਵੇ ਜਿਹੜਾ ਸਾਨੂੰ ਪ੍ਰਭਾਵਿਤ ਕਰਦਾ। ਸੋ ਜੇ ਕੈਨੇਡਾ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਪਿਛਲੇ ਹਫ਼ਤੇ ਦੇ ਦੌਰਾਨ ਬਹੁਤ ਹੀ ਮੰਦਭਾਗੀ ਖਬਰ ਜਿਹੜੀ ਸਾਡੇ ਸਾਹਮਣੇ ਆਈ ਹੈ ਕਿ 5-6 ਜਿਹੜੀਆਂ ਹੈਗੀਆਂ ਪੰਜਾਬੀ ਭੈਣਾਂ ਦੀ ਮੌਤ ਹੋ ਗਈ ਹੈ। ਜੇ ਮੌਂਟਰੀਅਲ ਦੀ ਗੱਲ ਕਰੀਏ ਤਾਂ ਮੌਂਟਰੀਅਲ ਤੋਂ ਗਗਨਦੀਪ ਕੌਰ, ਜਿਸ ਦੀ ਕਿ ਟਰੱਕ ਨਾਲ ਟੱਕਰ 'ਚ ਮੌਤ ਹੋ ਗਈ। ਬਰੈਂਪਟਨ ਦੀ ਮਿਸਿਸਾਗਾ ਦੀ ਗੱਲ ਕਰੀਏ ਤਾਂ 21 ਸਾਲਾ ਪਵਨਪ੍ਰੀਤ ਕੌਰ, ਜਿਨ੍ਹਾਂ ਨੂੰ ਗੈਸ ਸਟੇਸ਼ਨ ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬ੍ਰਿਟਿਸ਼ ਕੋਲੰਬੀਆ ਤੋਂ ਜਸਵੀਰ ਕੌਰ ਪਰਮਾਰ, ਜਿਹੜੇ ਕਿ 22 ਨਵੰਬਰ ਤੋਂ ਮਿਸਿੰਗ ਸੀ, ਉਹਨਾਂ ਦੀ ਵੈਨਕੂਵਰ ਤੋਂ ਲਾਸ਼ ਮਿਲੀ ਆ। ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਲੇਟੈਸਟ ਡੋਮੈਸਟਿਕ ਵਾਇਲੈਂਸ ਦੇ ਵਿੱਚ ਅਬਿਊਸਿਵ ਰਿਲੇਸ਼ਨਸ਼ਿਪ ਦੇ ਵਿੱਚ ਹਰਪ੍ਰੀਤ ਕੌਰ, ਜਿਹੜੀ ਕਿ 40 ਸਾਲਾ ਤਿੰਨ ਬੱਚਿਆਂ ਦੀ ਮਾਂ ਤੇ ਨਾਲ ਹੀ ਟੀਚਰ ਸੀ, ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਇਸ਼ਨੀਤ ਕੌਰ ਬੈਰੀ ਤੋਂ ਉਹਨਾਂ ਦੀ ਗੱਡੀ ਦੇ ਵਿੱਚ ਲਾਸ਼ ਮਿਲੀ ਆ। ਸੋ ਇਹ ਸਾਰੀਆਂ ਪੰਜਾਬੀ ਭੈਣਾਂ ਦੀ ਜਦੋਂ ਅਸੀਂ ਖਬਰ ਸੁਣਦੇ ਹਾਂ, ਬੇਸ਼ੱਕ ਕਾਰਨ ਕਈ ਰਹੇ ਹੋਣਗੇ, ਅਲੱਗ-ਅਲੱਗ ਵਿਸ਼ਿਆਂ ਦੇ ਰਿਲੇਟਡ ਮਤਲਬ ਜਿਹੜੀ ਹੈਗੀ ਆ ਡਿਸਕਸ਼ਨ ਚੱਲ ਰਹੀ ਹੈ ਕਿ ਕਿਉਂ ਗੈਸ ਸਟੇਸ਼ਨ ਤੇ ਗੋਲੀ ਮਾਰ ਕੇ ਹੱਤਿਆ ਹੋਈ, ਜਾਂ ਗੱਡੀ ਦੇ ਵਿੱਚੋਂ ਲਾਸ਼ ਕਿਉਂ ਮਿਲੀ, ਜਾਂ ਡੋਮੈਸਟਿਕ ਵਾਇਲੈਂਸ ਦੇ ਵਿੱਚ ਹਰਪ੍ਰੀਤ ਕੌਰ ਦੀ ਮੌਤ ਕਿਉਂ ਹੋਈ। ਇਸ ਚੀਜ਼ ਦੇ ਉੱਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ। ਪਰ ਅਸੀਂ ਬਤੌਰ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਖਬਰਾਂ ਸੁਣ ਕੇ ਸਾਡਾ ਦਿਲ ਅੰਦਰੋਂ ਅੰਦਰੀ ਬਲੂੰਦਰ ਜਾਂਦਾ ਕਿ ਇਹ ਕੀ ਹੋ ਰਿਹਾ ਕਿ ਕੈਨੇਡਾ ਦੇ ਵਿੱਚ ਸਾਡੀਆਂ ਪੰਜਾਬੀ ਭੈਣਾਂ ਜਿਨ੍ਹਾਂ ਦੀ ਬਹੁਤਾਤ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇੰਨੀਆਂ ਕੁੜੀਆਂ ਪੰਜਾਬੀ ਕੁੜੀਆਂ ਦਾ ਮਰ ਜਾਣਾ ਆਪਣੇ ਆਪ ਦੇ ਵਿੱਚ, ਇਹ ਖਬਰ ਸਾਨੂੰ ਸਾਰਿਆਂ ਨੂੰ ਅੰਦਰੋਂ ਅੰਦਰੀ ਝੰਜੋੜ ਕੇ ਰੱਖ ਰਹੀ ਹੈ, ਚਿੰਤਾ ਦੇ ਵਿੱਚ ਵੀ ਪਾ ਰਹੀ ਆ। ਸੋ ਜੇ ਅਸੀਂ ਪੰਜਾਬ ਦੇ ਗੱਲ ਕਰੀਏ ਤਾਂ ਜਦੋਂ ਪਹਿਲਾਂ ਪੰਜਾਬੀ ਕੁੜੀਆਂ ਦਾ ਵਿਆਹ ਹੁੰਦਾ ਸੀ, ਵਿਆਹ ਹੋਣ ਤੋਂ ਬਾਅਦ ਉਹਨਾਂ ਨੇ ਦੂਸਰੇ ਪਰਿਵਾਰ ਦੇ ਵਿੱਚ ਜਾ ਕੇ ਸੈੱਟ ਹੋਣਾ ਹੁੰਦਾ ਸੀ। ਪਰ ਹੁਣ ਬਿਲਕੁਲ ਹੀ ਜਿਹੜਾ ਹੈਗਾ ਸਿਨੈਰੀਓ ਚੇਂਜ ਹੋ ਚੁੱਕਿਆ। ਪੰਜਾਬ ਦੇ ਵਿੱਚ ਇੱਕ ਪਰਿਵਾਰ ਤੋਂ ਦੂਜੇ ਪਰਿਵਾਰ ਦੇ ਵਿੱਚ ਹੀ ਨਹੀਂ, ਬਲਕਿ ਉਹਨਾਂ ਦਾ ਮੁਲਕ ਵੀ ਚੇਂਜ ਹੋ ਜਾਂਦਾ। ਅਸੀਂ ਅਕਸਰ ਕਹਿੰਦੇ ਹਾਂ ਕਿ ਸਾਡੀਆਂ ਪੰਜਾਬੀ ਭੈਣਾਂ ਪੰਜਾਬ ਤੋਂ ਆ ਕੇ ਕੈਨੇਡਾ ਦੇ ਵਿੱਚ ਬਦਲ ਜਾਂਦੀਆਂ ਨੇ ਜਾਂ ਉਹਨਾਂ ਦਾ ਲਾਈਫ ਸਟਾਈਲ ਚੇਂਜ ਹੋ ਜਾਂਦਾ। ਪਰ ਕੀ ਅਸੀਂ ਉਹ ਕਾਰਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਤੱਕ ਅਸੀਂ ਪੰਜਾਬ ਸੀ, ਸਾਡੇ ਮਾਂ-ਬਾਪ ਨੂੰ ਸਾਡੇ ਤੇ ਪੂਰਾ ਪ੍ਰਾਊਡ ਸੀ, ਸਾਡੇ ਭਰਾਵਾਂ ਨੂੰ ਸਾਡੇ ਤੇ ਪੂਰਾ ਫਖਰ ਸੀ ਕਿ ਸਾਡੀ ਭੈਣ ਬਹੁਤ ਚੰਗਾ ਪੜ੍ਹਦੀ ਆ, ਪਰਸੈਂਟੇਜ ਬਹੁਤ ਵਧੀਆ ਲੈਂਦੀ ਆ, ਆਇਲਸ ਦੇ ਵਿੱਚ ਜੇ ਵਧੀਆ ਪੜੂਗੀ ਸਾਡੇ ਮੁੰਡਿਆਂ ਨਾਲੋਂ ਜ਼ਿਆਦਾ ਸਾਡੀਆਂ ਕੁੜੀਆਂ ਪੜ੍ਹਦੀਆਂ ਨੇ। ਇਹ ਚੀਜ਼ ਦਾ ਦਾਅਵਾ ਹਰ ਇੱਕ ਮਾਂ-ਬਾਪ, ਹਰ ਇੱਕ ਭਰਾ ਕਰਦਾ। ਪਰ ਇਹੋ ਜਿਹੇ ਕਿਹੜੇ ਕਾਰਨ ਹੋ ਜਾਂਦੇ ਨੇ ਕਿ ਜਦੋਂ ਪੰਜਾਬ ਤੋਂ ਅਸੀਂ ਵਿਦੇਸ਼ ਦੀ ਧਰਤੀ ਤੇ ਉਤਰਦੇ ਹਾਂ
ਤੇ ਅਸੀਂ ਕਹਿੰਦੇ ਆ ਕਿ ਸਾਡੀਆਂ ਪੰਜਾਬੀ ਭੈਣਾਂ, ਸਾਡੀਆਂ ਪੰਜਾਬੀ ਕੁੜੀਆਂ, ਸਾਡੀਆਂ ਪੰਜਾਬੀ ਧੀਆਂ ਬਦਲ ਗਈਆਂ। ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਰਹੇ ਹੋਣਗੇ। ਕੀ ਅਸੀਂ ਉਹ ਕਾਰਨ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਇਹੋ ਜਿਹਾ ਉਹਨਾਂ ਨਾਲ ਵਾਪਰਿਆ ਜਾਂ ਕੀ ਇਹੋ ਜਿਹਾ ਉਹਨਾਂ ਨਾਲ ਹੋ ਰਿਹਾ? ਕੀ ਉਹ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਸ਼ੇਅਰ ਕਰਦੀਆਂ? ਜੇ ਅਸੀਂ ਇਸ ਟੌਪਿਕ ਦੇ ਉੱਤੇ ਖੁੱਲ੍ਹ ਕੇ ਗੱਲ ਕਰੀਏ ਤੇ ਵਿਆਹਾਂ ਦਾ ਜਿਹੜਾ ਵਿਆਹ ਕਰਨ ਦਾ ਤਰੀਕਾ ਉਹ ਬਦਲ ਚੁੱਕਿਆ। ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਮੋਸਟਲੀ ਪੰਜਾਬ ਦੇ ਵਿੱਚ ਜਿਹੜੇ ਵਿਆਹ ਹੁੰਦੇ ਸੀ ਤੇ ਕੁੜੀ ਦੇ ਪਿਤਾ ਜੀ ਜਿਹੜੇ ਸੀਗੇ ਉਹ ਵਿਆਹ ਦੇ ਉੱਤੇ ਵਿਆਹ ਸਮਾਗਮ ਦੇ ਉੱਤੇ ਸਾਰਾ ਖਰਚਾ ਕਰਦੇ ਸੀ ਜਾਂ ਮੁੰਡਾ ਬਾਹਰ ਤੋਂ ਆਇਆ। ਪਰ ਹੁਣ ਬਿਲਕੁਲ ਹਵਾ ਬਦਲ ਚੁੱਕੀ ਆ। ਹੁਣ ਕੁੜੀਆਂ ਆਈਲੈਟਸ ਕਰ ਰਹੀਆਂ ਨੇ, ਮੁੰਡੇ ਵਾਲਿਆਂ ਦਾ ਪੈਸਾ ਲੱਗਦਾ। ਤੇ ਅਕਸਰ ਅਸੀਂ ਚਾਹੇ ਕਿਸੇ ਦਾ ਪੁੱਤ ਇਸ ਹਨੇਰੀ 'ਚ ਆਵੇ ਜਾਂ ਕਿਸੇ ਦੀ ਧੀ ਇਸ ਹਨੇਰੀ 'ਚ ਆਵੇ, ਨੁਕਸਾਨ ਮਾਪਿਆਂ ਦਾ ਹੁੰਦਾ। ਕਿਸੇ ਦੇ ਪੁੱਤ ਦਾ ਵੀ ਜਾਨ ਨਹੀਂ ਜਾਣੀ ਚਾਹੀਦੀ। ਪਰ ਕਿੰਨੇ ਕੇਸ ਸਾਹਮਣੇ ਆਏ ਆ ਕਿ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਬਾਹਰ ਪੜ੍ਹਨ ਗਈ ਕੁੜੀ ਉੱਥੇ ਜਾ ਕੇ ਮੁੱਕਰ ਗਈ, ਮੁੰਡੇ ਵਾਲਿਆਂ ਦਾ 30-35 ਲੱਖ ਰੁਪਈਆ ਲੱਗਿਆ ਹੋਇਆ ਸੀ। ਕੀ ਇਹੋ ਜਿਹੇ ਕਾਰਨ ਬਣਦੇ ਆ? ਕੀ ਫੈਮਲੀਆਂ ਸਪੋਰਟ ਕਰਦੀਆਂ ਨੇ? ਬਿਲਕੁਲ ਅਸੀਂ ਇਸ ਗੱਲ ਦੇ ਉੱਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮਾਪੇ, ਤੁਹਾਨੂੰ ਨਹੀਂ ਲੱਗਦਾ ਕਿ ਧੀਆਂ ਜਾਂ ਪੁੱਤਾਂ ਨਾਲੋਂ ਮਾਪਿਆਂ ਨੂੰ ਜ਼ਿਆਦਾ ਸਮਝਣ ਦੀ ਜ਼ਰੂਰਤ ਆ ਕਿ ਸਿਰਫ ਅਸੀਂ ਆਪਣੀ ਧੀ ਦੇ ਮੋਢਿਆਂ ਤੇ ਬੋਝ ਪਾ ਰਹੇ ਹਾਂ, ਇੱਕ ਦੂਜੇ ਪਰਿਵਾਰ ਦਾ ਵੀ, ਫਿਰ ਸਿਰਫ ਜਹਾਜ਼ ਦੀ ਤਾਕੀ ਫੜਾ ਕੇ ਉਹਨੂੰ ਬਾਹਰਲੇ ਮੁਲਕ ਭੇਜ ਦਿੰਦੇ ਹਾਂ। ਕੀ ਅਸੀਂ ਜਾਣਦੇ ਹਾਂ ਕਿ ਉਹ ਕਿੱਥੇ ਕੰਮ ਕਰ ਰਹੀ ਆ? ਕੀ ਅਸੀਂ ਜਾਣਦੇ ਹਾਂ ਕਿਹੜੇ ਫਰੈਂਡ ਸਰਕਲ ਨਾਲ ਉਹ ਰਹਿ ਰਹੀ ਆ? ਕੀ ਸਾਨੂੰ ਪਤਾ ਹੁੰਦਾ ਕਿ ਕੀ ਉਹ ਕਿਸੇ ਇਮੋਸ਼ਨਲ ਮੈਂਟਲ ਸਟ੍ਰੈਸ 'ਚੋਂ ਤਾਂ ਨਹੀਂ ਲੰਘ ਰਹੀ? ਕੀ ਉਹਦੇ ਨਾਲ ਕੋਈ ਫਿਜ਼ੀਕਲ ਅਬਿਊਜ਼ ਤਾਂ ਨਹੀਂ ਹੁੰਦਾ? ਕੀ ਅਸੀਂ ਇਹ ਬਰੀਕੀ ਗੱਲਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਫਿਰ ਸਿੱਧਾ ਅਸੀਂ ਸੋਚਦੇ ਹਾਂ ਕਿ ਬਾਹਰ ਤੋਂ ਸਾਨੂੰ ਨਵੇਂ ਫੋਨ ਆਉਣਗੇ ਜਾਂ ਬ੍ਰਾਂਡਡ ਪਰਸ ਆਉਣਗੇ, ਜਾਂ ਫਿਰ ਅਸੀਂ ਕਹਿੰਦੇ ਹਾਂ ਕਿ ਕੁੜੀਆਂ ਉੱਥੇ ਜਾ ਕੇ ਸਿਰਫ ਬ੍ਰਾਂਡਸ ਦੇ ਵਿੱਚ ਪੈ ਜਾਂਦੀਆਂ ਨੇ? ਇਹ ਬਿਲਕੁਲ ਸਹੀ ਨਹੀਂ ਆ। 99% ਕੁੜੀਆਂ ਇੱਥੇ ਬਹੁਤ ਮਿਹਨਤ ਕਰਦੀਆਂ ਨੇ। ਤੁਸੀਂ ਬੇਸ਼ੱਕ ਕੋਈ ਪੀਜ਼ਾ ਸਟੋਰ ਦੇਖ ਲਓ, ਬੇਸ਼ੱਕ ਤੁਸੀਂ ਲਾ ਫਰਮ ਦੇ ਵਿੱਚ ਐਜ਼ ਅ ਰਿਸੈਪਸ਼ਨਿਸਟ ਦੇਖ ਲਓ, ਤੁਸੀਂ ਕਿਤੇ ਵੀ ਜਾਓਗੇ ਪੰਜਾਬੀ ਕੁੜੀਆਂ ਨੇ ਬੇਹੱਦ ਮਿਹਨਤਾਂ ਕੀਤੀਆਂ ਨੇ, ਮੱਲਾਂ ਮਾਰੀਆਂ ਨੇ। ਔਰ ਇਸ ਗੱਲ ਦਾ ਸਬੂਤ ਸਾਡੇ ਭਰਾ ਨੇ, ਸਾਡੇ ਪਰਿਵਾਰਕ ਮੈਂਬਰ ਨੇ ਜਿਹੜੇ ਜਾਣਦੇ ਨੇ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਵਿੱਚ ਬਹੁਤੇ ਮੁਲਕਾਂ ਦੇ ਵਿੱਚ ਬਹੁਤੇ ਪਰਿਵਾਰ, ਚਾਹੇ ਉਹ ਨੂੰਹ ਨੇ ਸਾਰਾ ਪਰਿਵਾਰ ਕੱਢਿਆ ਜਾਂ ਕਿਸੇ ਧੀ ਨੇ ਪੂਰਾ ਪਰਿਵਾਰ ਕੱਢਿਆ, ਸੋ ਕੁੜੀਆਂ ਨੇ ਆਪਣਾ ਪੂਰਾ ਬਣਦੀ ਵਾਹ ਲਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਸੈੱਟ ਕੀਤਾ। ਸੋ ਇਹ ਸਾਡੀਆਂ ਹੀ ਧੀਆਂ ਨੇ, ਸਾਡੀਆਂ ਹੀ ਭੈਣਾਂ ਨੇ। ਅਸੀਂ ਕਿਉਂ ਇੱਕ ਛੋਟੀਆਂ ਜਿਹੀਆਂ ਗੱਲਾਂ ਦੇ ਵਿੱਚ ਆ ਕੇ ਉਹਨਾਂ ਦੇ ਕਰੈਕਟਰ, ਕਿਉਂਕਿ ਕੁੜੀ ਲਈ ਬੜਾ ਸੌਖਾ ਕਿ ਉਹਦੇ ਕਰੈਕਟਰ ਨੂੰ ਲਓ, ਸਟੈਂਪ ਲਾਓ ਤੇ ਉਸ ਤੋਂ ਬਾਅਦ ਉਹਨੂੰ ਉਹਦੀ ਫਾਈਲ ਸਿੱਟ ਦਿਓ। ਸੋ ਕੀ ਅਸੀਂ ਆਪਣੀਆਂ ਕੁੜੀਆਂ ਤੋਂ ਇਹੀ ਉਮੀਦ ਕਰਦੇ ਹਾਂ? ਇੰਨੇ ਚਾਵਾਂ ਲਾਡਾਂ ਨਾਲ ਅਸੀਂ ਆਪਣੀਆਂ ਬੱਚੀਆਂ ਨੂੰ ਉੱਥੇ ਪਾਲਦੇ ਹਾਂ, ਪੜ੍ਹਾਉਂਦੇ ਹਾਂ, ਯੂਨੀਵਰਸਿਟੀਜ਼ 'ਚ ਭੇਜਦੇ ਹਾਂ, ਕਾਲਜਾਂ 'ਚ ਭੇਜਦੇ ਹਾਂ, ਫਿਰ ਆਈਲੈਟਸ ਕਰਾਉਂਦੇ ਹਾਂ। ਸਬਜ਼ੀ ਖਰੀਦਣ ਤੋਂ ਪਹਿਲਾਂ ਵੀ ਇੱਕ ਮਾਂ-ਬਾਪ ਸੋਚਦੇ ਨੇ ਕਿ ਸਬਜ਼ੀ ਅਸੀਂ ਸਸਤੀ ਲੈਣੀ ਆ ਤੇ ਵਧੀਆ ਲੈਣੀ ਆ। ਫਿਰ ਇਹ ਕਿਵੇਂ ਹੋ ਸਕਦਾ ਕਿ ਬਾਹਰ ਭੇਜਣ ਦੇ ਟਾਈਮ ਅਸੀਂ ਸਿਰਫ ਤੇ ਸਿਰਫ ਪੈਸਿਆਂ ਦੀ ਸੌਦੇਬਾਜ਼ੀ ਕਰੀਏ? ਇਹਨਾਂ ਚੀਜ਼ਾਂ ਦੇ ਉੱਤੇ ਮਾਪਿਆਂ ਦੀ ਕਾਉਂਸਲਿੰਗ ਹੋਣੀ ਬਹੁਤ ਜ਼ਰੂਰੀ ਆ। ਕੀ ਉਹ ਕੁੜੀ ਤਿਆਰ ਆ? ਕੀ ਉਹ ਕੁੜੀ ਉਸ ਮੁੰਡੇ ਨਾਲ ਸਾਰੀ ਜ਼ਿੰਦਗੀ ਬਿਤਾਉਣ ਦੇ ਲਈ ਰੈਡੀ ਆ ਜਿਹੜੇ ਮੁੰਡੇ ਨੇ 30 ਜਾਂ 35 ਲੱਖ ਰੁਪਈਆ ਲਾਇਆ? ਜਾਂ ਫਿਰ ਉਹ ਇੱਥੇ ਆ ਕੇ ਉਹਨੂੰ ਲੱਗਦਾ ਕਿ ਹੁਣ ਮੇਰਾ ਮੈਂਟਲ ਲੈਵਲ ਮੈਚ ਨਹੀਂ ਕਰਦਾ? ਇਹਦੇ 'ਤੇ ਸਾਨੂੰ ਮਾਪਿਆਂ ਨੂੰ ਜ਼ਿਆਦਾ ਕਾਉਂਸਲਿੰਗ ਦੇਣ ਦੀ ਜ਼ਰੂਰਤ ਆ। ਜਦੋਂ ਮਾਪੇ ਉਸ ਮੁਲਕ ਤੋਂ ਆਪਣੀ ਬੇਟੀ ਨੂੰ ਆਈਲੈਟਸ ਕਰਵਾ ਕੇ ਵਿਜ਼ਟਰ ਸਟੱਡੀ ਬੇਸ ਦੇ ਉੱਤੇ ਭੇਜਦੇ ਨੇ ਤੇ ਫਿਰ ਵਿਜ਼ਟਰ ਵੀਜ਼ੇ ਤੇ ਇੱਥੇ ਆਉਂਦੇ ਨੇ, ਉਹ ਆ ਕੇ ਦੇਖਦੇ ਨੇ ਕਿ ਸਾਡੀ ਬੱਚੀ ਕਿੰਨੀਆਂ ਸ਼ਿਫਟਾਂ ਲਾ ਰਹੀ ਆ। ਜਿੱਥੋਂ ਤੱਕ ਮੈਨੂੰ ਲੱਗਦਾ ਇਸ ਗੱਲ ਨਾਲ ਸਾਡੇ ਸਾਰੇ ਪਰਿਵਾਰਕ ਮੈਂਬਰ ਸਹਿਮਤ ਹੋਣਗੇ ਕਿ ਅਸੀਂ ਆਪਣੀਆਂ ਧੀਆਂ ਨੂੰ ਇਸ ਔਖੇ ਟਾਈਮ ਦੇ ਵਿੱਚ ਇਕੱਲੇ ਨਹੀਂ ਛੱਡ ਸਕਦੇ। ਇੱਥੇ ਆ ਕੇ ਉਹ ਆਪਣੇ ਕਾਲਜ ਦੇ ਵਿੱਚ ਫੁੱਲ ਟਾਈਮ ਕਾਲਜ ਦੀਆਂ ਕਲਾਸਾਂ ਲਾਉਂਦੀਆਂ ਨੇ, ਸਾਰੇ ਪ੍ਰੋਜੈਕਟ, ਸਾਰੀਆਂ ਅਸਾਈਨਮੈਂਟਾਂ ਦਿੰਦੀਆਂ ਨੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਨੇਰੇ ਸਵੇਰੇ ਉਹ ਕੰਮਾਂ ਤੇ ਜਾਂਦੀਆਂ ਨੇ। ਕੀ ਟਰਾਂਸਪੋਰਟੇਸ਼ਨ ਦੇ ਵਿੱਚ ਜਦੋਂ ਇੱਥੇ ਗੱਡੀ ਨਹੀਂ ਹੁੰਦੀ, ਸਨੋ ਦੇ ਸੀਜ਼ਨ ਦੇ ਵਿੱਚ ਉਹ ਰਾਈਡ ਲੈ ਕੇ ਜਾਂਦੀਆਂ ਨੇ, ਜਾਂ ਫਿਰ ਸਨੋ ਦੇ ਸੀਜ਼ਨ ਵਿੱਚ ਉਹ ਰਾਈਡ ਲੈ ਕੇ ਜਾਂਦੀਆਂ ਨੇ, ਜਾਂ ਫਿਰ ਉਹ ਕਿਸੇ ਤੋਂ ਮਦਦ ਲੈਂਦੀਆਂ ਨੇ, ਜਾਂ ਫਿਰ ਬੱਸ ਦਾ ਉਹਨਾਂ ਨੇ ਪਾਸ ਬਣਾ ਲਿਆ। ਇਹ ਸਾਨੂੰ ਪੰਜਾਬ 'ਚ ਬੈਠਿਆਂ ਨੂੰ ਪਤਾ ਕਿ ਇੰਨੀਆਂ ਮੋਟੀਆਂ ਜੈਕਟਾਂ ਪਾ ਕੇ, ਇੰਨੇ ਵੱਡੇ ਸਨੋ ਸ਼ੂ ਪਾ ਕੇ ਉਹ ਕਿੰਨੀ ਦੂਰ ਤੱਕ ਤੁਰਦੀਆਂ ਹੋਣਗੀਆਂ।
ਬੱਸ ਦੀ ਵੇਟ ਦੇ ਵਿੱਚ ਕਈ ਵਾਰੀ ਸਿਸਟਮ ਦਾ ਕੁਝ ਨਹੀਂ ਪਤਾ, ਉੱਥੋਂ ਪਿੰਡ ਤੋਂ ਆ ਕੇ ਅਸੀਂ ਸਿੱਧਾ ਕੈਨੇਡਾ ਦੇ ਵਿੱਚ ਲੈਂਡ ਹੋ ਗਏ ਹਾਂ, ਅਸੀਂ ਕਿਹੜੀ ਜਗ੍ਹਾ ਤੇ ਰਹਿ ਰਹੇ ਹਾਂ। ਕਈ ਵਾਰੀ ਸਾਡੇ ਭਰਾ ਉਹਨਾਂ ਦੀ ਮਦਦ ਵੀ ਕਰਦੇ ਨੇ, ਔਰ ਇਸ ਟੌਪਿਕ ਦੇ ਵਿੱਚ ਮੈਂ ਚਾਹੂੰਗੀ ਕਿ ਸਾਡੇ ਭਰਾਵਾਂ ਨੂੰ ਅਸੀਂ ਬਿਲਕੁਲ ਨਾ ਨਿੰਦੀਏ। ਉਹਨਾਂ ਨੇ ਬਹੁਤ ਜਗ੍ਹਾ ਤੇ ਖੜੇ ਹੋ ਕੇ ਸਾਡੀਆਂ ਭੈਣਾਂ ਦੀ, ਕਿਉਂਕਿ ਅਸੀਂ ਪੰਜਾਬ ਤੋਂ ਹੀ ਆ, ਸਾਨੂੰ ਪਤਾ ਭੈਣ ਭਰਾ ਦਾ ਰਿਸ਼ਤਾ ਕੀ ਆ, ਬਹੁਤ ਭੈਣਾਂ ਦੀ ਮਦਦ ਵੀ ਕੀਤੀ ਹੈ। ਜਿਹੜੇ ਇੱਥੇ ਪਹਿਲਾਂ ਸੈਟਲਡ ਨੇ ਜਾਂ ਅੰਤਰਰਾਸ਼ਟਰੀ ਵਿਦਿਆਰਥੀ ਪਹਿਲਾਂ ਆਏ ਨੇ, ਉਹ ਆਪਣੀਆਂ ਛੋਟੀਆਂ ਭੈਣਾਂ ਸਮਝ ਕੇ ਉਹਨਾਂ ਨੂੰ ਸਪੋਰਟ ਵੀ ਕਰਦੇ ਨੇ। ਕਿਸੇ ਵੀ ਜਗ੍ਹਾ ਤੇ ਅਕਮੋਡੇਸ਼ਨ ਦੇ ਲਈ ਇਕੱਠੇ ਰਹਿਣਾ ਕੋਈ ਪ੍ਰੋਬਲਮ ਨਹੀਂ ਆ। ਪ੍ਰੋਬਲਮ ਉਦੋਂ ਸ਼ੁਰੂ ਹੁੰਦੀ ਆ ਜਦੋਂ ਅਸੀਂ ਪੰਜਾਬ 'ਚ ਰਹਿੰਦੇ ਹੋਏ ਉਹਨਾਂ ਦੀਆਂ ਇਹਨਾਂ ਦਿੱਕਤਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਤੁਸੀਂ ਯਕੀਨ ਜਾਣਿਓ, ਇਹਨਾਂ ਘਰਾਂ ਦੇ ਵਿੱਚ ਦੂਜੀ ਬੇਸਮੈਂਟ ਦੇ ਵਿੱਚ ਕੀ ਹੁੰਦਾ ਇੱਕ ਘਰ ਦੇ ਮਾਲਕਾਂ ਨੂੰ ਨਹੀਂ ਪਤਾ ਹੁੰਦਾ। ਸੋ ਫਿਰ ਅਸੀਂ ਇੰਨੇ ਦੂਰ ਪੰਜਾਬ 'ਚ ਬੈਠੇ ਕਿਵੇਂ ਅਸੈਸਮੈਂਟ ਲਾ ਲੈਂਦੇ ਆ ਕਿ ਸਾਡੀਆਂ ਕੁੜੀਆਂ ਉੱਥੇ ਜਾ ਕੇ ਬਦਲ ਗਈਆਂ, ਉੱਥੇ ਜਾ ਕੇ ਉਹਨਾਂ ਨੇ ਆਹ ਕਰ ਲਿਆ। ਬਿਲਕੁਲ ਪੰਜਾਬ ਦੀਆਂ ਧੀਆਂ ਤੁਸੀਂ ਹੀ ਪਾਲੀਆਂ ਨੇ, ਤੁਹਾਡੇ ਨਾਲ ਹੀ ਰਹਿ ਕੇ ਆਈਆਂ ਨੇ, ਉਹ ਕਦੇ ਏਡੀ ਛੇਤੀ ਬਦਲ ਨਹੀਂ ਸਕਦੀਆਂ। ਹਾਂ, ਕੁਛ ਹਾਲਾਤ ਇਹੋ ਜਿਹੇ ਰਹੇ ਹੋਣਗੇ ਜਾਂ ਫਿਰ ਰਹਿੰਦੇ ਹੋਣਗੇ ਜਿਨ੍ਹਾਂ ਦੇ ਕਾਰਨ ਉਹਨਾਂ ਨੂੰ ਕੋਈ ਇਹੋ ਜਿਹਾ ਕਦਮ ਚੁੱਕਣਾ ਪੈਂਦਾ ਹੋਣਾ। ਇਹ ਸਾਨੂੰ ਆਪਣੇ ਆਪ ਦੇ ਵਿੱਚ ਜਾਣਨ ਦੀ ਬੇਹੱਦ ਜ਼ਰੂਰਤ ਆ। ਮਾਂ-ਬਾਪ ਨੂੰ ਐਜੂਕੇਟ ਹੋਣ ਦੀ ਬੇਹੱਦ ਜ਼ਰੂਰਤ ਆ। ਸੋ ਪੰਜਾਬ 'ਚ ਬੈਠੇ ਅਸੀਂ ਕਹਿ ਦਿੰਦੇ ਆ ਕਿ ਸਾਡੀ ਬੱਚੀ ਯੂਕੇ ਗਈ ਆ, ਸਾਡੀ ਬੱਚੀ ਕੈਨੇਡਾ ਗਈ ਆ, ਸਾਡੀ ਬੱਚੀ ਆਹ ਮੁਲਕ ਗਈ ਆ, ਉਹ ਮੁਲਕ ਗਈ ਆ। ਕੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉੱਥੋਂ ਦੇ ਸਿਸਟਮ ਦੇ ਵਿੱਚ ਉਹ ਸੈੱਟ ਹੋ ਗਈ ਆ? ਜਿਸ ਤਰ੍ਹਾਂ ਪਿਛਲੇ ਹਫਤੇ ਅਸੀਂ ਇੱਕ ਖਬਰ ਸਾਂਝੀ ਕੀਤੀ ਆ ਕਿ ਗਗਨਦੀਪ ਕੌਰ 29 ਸਾਲਾ ਜਿਹੜੀ ਕਿ ਮੌਂਟਰੀਅਲ ਦੇ ਵਿੱਚ ਰੋਡ ਕ੍ਰਾਸ ਕਰਦੀ ਸੀ ਤੇ ਰੋਡ ਕ੍ਰਾਸ ਕਰਦੀ ਕਰਦੀ ਟਰੱਕ ਦੀ ਲਪੇਟ ਦੇ ਵਿੱਚ ਆ ਗਈ ਤੇ ਉਹਦੀ ਡੈਥ ਹੋ ਗਈ। ਕਿੰਨੀਆਂ ਪੋਸੀਬਿਲਿਟੀਜ਼ ਵਾਲੀ ਕੁੜੀ ਸੀ ਉਹ, ਕਿੰਨੀਆਂ ਸਦਰਾਂ ਦੇ ਨਾਲ ਮਾਂ-ਬਾਪ ਨੇ ਉਹਨੂੰ ਭੇਜਿਆ ਹੋਣਾ, ਪਰ ਸਿਰਫ ਤੇ ਸਿਰਫ ਕਿਉਂਕਿ ਇੱਥੋਂ ਦੇ ਸੜਕੀ ਆਵਾਜਾਈ ਰੂਲਾਂ ਦੇ ਬਾਰੇ ਉਹਨਾਂ ਨੂੰ ਨਹੀਂ ਪਤਾ ਸੀ, ਜਾਂ ਕਿਉਂਕਿ ਇੱਥੇ ਵੈਦਰ ਦੇ ਵਿੱਚ, ਜੇ ਇੰਡੀਆ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਟ੍ਰੈਫਿਕ ਦੇ ਵਿੱਚ ਧੁੰਦ ਇੱਕ ਚੈਲੰਜ ਆ, ਇੱਥੇ ਸਨੋ ਬਹੁਤ ਵੱਡਾ ਚੈਲੰਜ ਆ। ਫਿਰ ਇੱਥੋਂ ਦੇ ਟ੍ਰੈਫਿਕ ਰੂਲਸ, ਕੀ ਸਾਡੇ ਬੱਚਿਆਂ ਨੂੰ ਇੱਥੋਂ ਦੇ ਟ੍ਰੈਫਿਕ ਰੂਲਸ ਪਤਾ ਨਹੀਂ? ਸੋ ਇੱਕ ਸਿਰਫ ਤੇ ਸਿਰਫ ਅਣਗਹਿਲੀ ਕਰਕੇ ਜਾਂ ਕਈ ਵਾਰੀ ਸੜਕ ਤੇ ਜਾਂਦੇ ਜਾਂਦੇ ਫੋਨ ਯੂਜ਼ ਕਰਦੇ ਇੱਕ ਪੋਸੀਬਿਲਿਟੀਜ਼ ਵਾਲੀ ਕੁੜੀ ਗਗਨਦੀਪ ਕੌਰ ਜਿਹੜੀ ਕਿ ਇੱਥੇ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਈ ਸੀ, ਉਹਦੀ ਡੈਥ ਹੋ ਗਈ ਆ। ਇਹ ਬੜੇ ਵੱਡੇ ਮਸਲੇ ਨੇ ਕਿ ਅਸੀਂ ਪੰਜਾਬ 'ਚ ਬੈਠੇ ਬੈਠੇ ਅਸੀਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਧੀਆਂ ਬਾਹਰ ਗਈਆਂ ਨੇ, ਉਹਨਾਂ ਨੇ ਸਾਨੂੰ ਬੁਲਾ ਲੈਣਾ ਵਿਜ਼ਟਰ ਵੀਜ਼ੇ ਤੇ, ਫਿਰ ਅੱਗੇ ਪੂਰੀ ਫੈਮਿਲੀ, ਜਿਹੜੀ ਫੈਮਿਲੀ ਨੇ ਅਸੀਂ ਕਹਿੰਦੇ ਹਾਂ ਕਿ ਪੈਸੇ ਲਾਏ ਨੇ, ਇਹ 30-35 ਲੱਖ ਰੁਪਈਆ ਮੁੰਡੇ ਵਾਲਿਆਂ ਦਾ ਲੱਗਿਆ ਤੇ ਉਹਨਾਂ ਨੇ ਆਪਣੇ ਸਪਾਊਸ ਨੂੰ ਵੀ ਬੁਲਾ ਲੈਣਾ। ਕੀ ਅਸੀਂ ਇਹ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਰਿਸ਼ਤਾ ਅਸੀਂ ਕਰਨ ਲੱਗੇ ਹਾਂ, ਕਿਉਂਕਿ ਅਕਸਰ ਕਹਿੰਦੇ ਆ ਕਿ ਹੱਕਦਾਰ ਕਦੇ ਖਰੀਦਦਾਰ ਨਹੀਂ ਹੁੰਦੇ ਤੇ ਖਰੀਦਦਾਰ ਕਦੇ ਹੱਕਦਾਰ ਨਹੀਂ ਹੁੰਦੇ। ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਕਿੰਨੇ ਨਿਊਜ਼ਪੇਪਰ ਤੁਸੀਂ ਚੱਕ ਕੇ ਪੜ੍ਹੋਗੇ ਤਾਂ ਉਹਨਾਂ ਦੇ ਵਿੱਚ ਇਹੋ ਜਿਹੇ ਵੱਟੇ ਸੱਟੇ, ਜਾਂ ਇੱਕ ਰਿਸ਼ਤਾ ਕਰਾਉਂਗੇ ਤਾਂ ਦੂਜਾ ਨਾਲ ਚਲਿਆ ਜਾਊ, ਨਾਲ ਤੀਜਾ ਚਲਿਆ ਜਾਊ, ਭੂਆ ਦੇ ਰਿਸ਼ਤੇ ਨੂੰ, ਭੂਆ ਦੇ ਮੁੰਡੇ ਨੂੰ ਰਿਸ਼ਤਾ ਕਰੋਗੇ ਤੇ ਕੀ ਉਹਦੇ 'ਚ ਉਹ ਸਾਰੀ ਜ਼ਿੰਦਗੀ ਉਸ ਰਿਸ਼ਤੇ ਨੂੰ ਨਿਭਾਉਣ ਦੇ ਲਈ ਹਾਮੀ ਭਰਦੀਆਂ ਨਹੀਂ, ਜਾਂ ਫਿਰ ਸਿਰਫ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਆਪਣੇ ਮਾਂ-ਬਾਪ ਨੂੰ ਦੁਖੀ ਨਾ ਕਰੀਏ, ਆਪਣੇ ਭੈਣ ਭਰਾਵਾਂ ਨੂੰ ਜਾਂ ਆਪਣੇ ਭਰਾ ਦੀ ਰਿਸਪੈਕਟ ਸਾਨੂੰ ਕਿਤੇ ਡਾਊਨ ਨਾ ਕਰਨੀ ਪੈ ਜਾਵੇ? ਕੀ ਸਿਰਫ ਇਸੇ ਚੱਕਰ ਦੇ ਵਿੱਚ ਉਹ ਹਾਂ ਕਰ ਦਿੰਦੀਆਂ ਨੇ? ਕਿਉਂਕਿ 18-19 ਸਾਲ ਦੀ ਬੱਚੀ, ਕਈ ਵਾਰੀ ਕੁੜੀਆਂ ਦੇ ਉੱਤੇ ਅਕਸਰ ਹੁੰਦਾ ਉਹ ਥੋੜ੍ਹੇ ਜਿਹੇ ਘਬਰਾ ਜਾਂਦੀਆਂ ਨੇ ਜਾਂ ਮੰਨ ਲੈਂਦੀਆਂ ਨੇ ਕਿ ਜਿਨ੍ਹਾਂ ਨਾਲ ਅਸੀਂ 18-19 ਸਾਲ ਰਹੇ ਹਾਂ ਅਸੀਂ ਉਹਨਾਂ ਦੇ ਫੈਸਲੇ ਦੇ ਉੱਤੇ ਯਕੀਨ ਕਰਦੇ ਹਾਂ। ਸਾਡੇ ਫਾਦਰ ਸਾਹਿਬ ਨੇ ਰਿਸ਼ਤਾ ਕੀਤਾ ਜਾਂ ਸਾਡੇ ਭਰਾ ਨੇ ਇਹ ਰਿਸ਼ਤਾ ਕੀਤਾ ਤੇ ਅਸੀਂ ਮੰਨਦੇ ਹਾਂ ਕਿ 18-19 ਸਾਲ ਅਸੀਂ ਉਹਨਾਂ ਦੇ ਨਾਲ ਰਹੇ ਹਾਂ, ਅਸੀਂ ਉਹਨਾਂ ਤੇ ਪੂਰਾ ਯਕੀਨ ਕਰਦੇ ਹਾਂ। ਪਰ ਹੁਣ ਇਹ ਇੱਕ ਟਾਈਮ ਜ਼ਰੂਰ ਆ ਗਿਆ ਕਿ ਅੰਤਰਰਾਸ਼ਟਰੀ ਵਿਦਿਆਰਥਣਾਂ ਵੀ ਇਹ ਸੋਚਣ, ਨਾ ਕਿ ਅਸੀਂ ਸਿਰਫ ਮੀਡੀਆ ਦੀ ਲਾਈਮਲਾਈਟ ਬਣੀਏ ਕਿ ਇੱਥੋਂ ਕੁੜੀ ਉੱਥੇ ਗਈ ਸੀ, ਉੱਥੇ ਕੁੜੀ ਦਾ ਹੋ ਗਿਆ, ਉੱਥੇ ਇਹੋ ਜਿਹੀਆਂ ਖਬਰਾਂ ਸੁਣ ਕੇ ਮਨ ਦਹਿਲ ਜਾਂਦਾ। ਇਹ ਸਾਡੀਆਂ ਹੀ ਪੰਜਾਬੀ ਭੈਣਾਂ ਨੇ, ਇਹ ਸਾਡੀਆਂ ਹੀ ਪੰਜਾਬੀ ਕੁੜੀਆਂ ਨੇ। ਅਸੀਂ ਕਿੰਨਾਂ ਦੀ ਬੇਇੱਜ਼ਤੀ ਜਾਂ ਬੇਆਬਰੂ ਕਿੰਨਾਂ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀਆਂ ਸਾਡੇ 'ਚੋਂ ਹੀ ਪੜ੍ਹ ਕੇ ਗਈਆਂ ਨੇ। ਕੀ ਉਸ ਵਕਤ ਅਖਬਾਰਾਂ ਦੀ ਸੁਰਖੀ ਪੜ੍ਹਦੇ ਵਕਤ ਹਰ ਉਸ ਪਿਤਾ ਜਾਂ ਹਰ ਉਸ ਭਰਾ ਦਾ ਦਿਲ ਨਹੀਂ ਦਹਿਲਦਾ ਜਦੋਂ ਪੜ੍ਹਦੇ ਹਾਂ ਕਿ ਇੱਥੋਂ ਕੁੜੀ ਉੱਥੇ ਗਈ ਸੀ, ਉੱਥੇ ਉਹਨੇ ਬॉयਫ੍ਰੈਂਡ ਬਣਾ ਲਿਆ, ਉੱਥੇ ਉਹਦਾ ਆਹ ਹੋ ਗਿਆ? ਫਿਰ ਇਸ ਕਰਕੇ ਜਿਹੜਾ ਪਰਸਨਲੀ ਉਸ ਚੀਜ਼ ਨੂੰ ਹੰਢਾ ਰਿਹਾ, ਅਸੀਂ ਉਸ ਚੀਜ਼ ਦਾ ਤਮਾਸ਼ਾ ਨਾ ਬਣਾਈਏ, ਅਸੀਂ ਸਾਡੀਆਂ ਧੀਆਂ ਭੈਣਾਂ ਦਾ ਤਮਾਸ਼ਾ ਨਾ ਬਣਾਈਏ। ਅਸੀਂ ਜਾਣਨ ਦੀ ਕੋਸ਼ਿਸ਼ ਕਰੀਏ ਉਹ ਕਿੱਥੇ ਰਹਿੰਦੀਆਂ ਨੇ, ਕਿਹੋ ਜਿਹੇ ਹਾਲਾਤਾਂ 'ਚ ਰਹਿੰਦੀਆਂ ਨੇ, ਕੌਣ ਉਹਨਾਂ ਦੀ ਸਪੋਰਟ ਕਰਦਾ। ਸਾਡੇ ਸਾਰੇ ਭਰਾ ਉਹਨਾਂ ਦੀ ਸਪੋਰਟ
ਕਰਨ। ਔਰ ਇਸ ਵਕਤ ਸਾਡੇ ਭਰਾਵਾਂ ਦੀ ਮਦਦ ਦੀ ਸਾਨੂੰ ਲੋੜ ਆ। ਜੇ ਤੁਸੀਂ ਕਿਤੇ ਵੀ ਬੇਗਾਨੇ ਮੁਲਕ ਦੇ ਵਿੱਚ ਦੇਖ ਰਹੇ ਹੋ, ਸਨੋ ਪਈ ਆ, ਕੁੜੀ ਵਿਚਾਰੀ ਬੱਸ ਸਟੈਂਡ ਤੇ ਖੜੀ ਆ, ਨਹੀਂ ਪਤਾ ਕਿੱਥੇ ਬੱਸ ਲੈਣੀ ਆ, ਕਿੱਧਰ ਨੂੰ ਗਾਹਾਂ ਜਾਣਾਗਾ, ਤਾਂ ਪਲੀਜ਼ ਉਹਦੀ ਹੈਲਪ ਕਰੋ। ਕਿਉਂਕਿ ਕਹਿਣਾ ਬਹੁਤ ਸੌਖਾ ਕਿ ਕੁੜੀਆਂ ਬਦਲ ਗਈਆਂ, ਕੁੜੀਆਂ ਨੇ ਆਹ ਕਰਤਾ, ਪਰ ਉਹਨਾਂ ਦੀ ਸਪੋਰਟ ਕਰੋ, ਉਹਨਾਂ ਦੀ ਮਦਦ ਕਰੋ। ਨਾਲ ਹੀ ਇੱਕ ਇਸ਼ਨੀਤ ਕੌਰ ਬੇਰੀ ਦੇ ਵਿੱਚ, ਉਹ ਗੱਡੀ ਦੇ ਵਿੱਚ ਬੈਠੀ, ਉਹਨਾਂ ਦੀ ਲਾਸ਼ ਮਿਲੀ ਹੈਗੀ ਆ। ਪੰਜਾਬ ਦੇ ਵਿੱਚ ਬੈਠੇ ਮਾਪੇ ਕੀ ਸੋਚਦੇ ਹੋਣਗੇ ਕਿ ਸਾਡੀ ਕੁੜੀ ਗੱਡੀ ਦੇ ਵਿੱਚ ਬੈਠੀ ਕਿਵੇਂ ਮ੍ਰਿਤਕ ਹੋ ਸਕਦੀ ਆ। ਚਾਹੇ ਕਿ ਪੁਲਿਸ ਇਸ ਚੀਜ਼ ਦੀ ਜਾਂਚ ਕਰ ਰਹੀ ਆ, ਪਰ ਕਿਉਂ ਹੋ ਰਿਹਾ। ਹਰਪ੍ਰੀਤ ਕੌਰ 40 ਸਾਲਾ, ਜਿਹਦੇ ਕਿ 3 ਬੱਚੇ ਨੇ ਔਰ ਟੀਚਰ ਸੀ, ਔਰ ਨਾਲ ਦੇ ਆਂਢੀ ਗੁਆਂਢੀਆਂ ਦਾ ਕਹਿਣਾ ਕਿ ਸਾਨੂੰ ਨਹੀਂ ਸੀ ਪਤਾ ਇਸ ਘਰ 'ਚ ਕੀ ਹੋ ਰਿਹਾ। ਔਰ ਵਾਕਈ ਇਹਨਾਂ ਘਰਾਂ ਦੇ ਵਿੱਚ ਅਸੀਂ ਉਹਨਾਂ ਪਿੰਡਾਂ 'ਚ ਨਹੀਂ ਬੈਠੇ ਹੈਗੇ ਕਿ ਜਿੱਥੇ ਅਸੀਂ ਸਾਰੇ ਪਿੰਡ ਨੂੰ ਜਾਣਦੇ ਹਾਂ, ਸਰਪੰਚ, ਨੰਬਰਦਾਰ, ਜਾਂ ਅਸੀਂ ਆਂਢੀ ਗੁਆਂਢੀ ਸਭ ਨੂੰ ਜਾਣਦੇ ਹਾਂ। ਅਸੀਂ ਇੱਕ ਬੰਦੇ ਦੀ ਵੈਰੀਫਿਕੇਸ਼ਨ ਕਰਾਉਣੀ ਆ, ਅਸੀਂ 10 ਘਰਾਂ ਤੋਂ ਪੁੱਛ ਲਾਂਗੇ ਔਰ ਸਾਰੇ ਉਹ ਘਰ ਜਾਣਦੇ ਹੋਣਗੇ। ਇੱਥੇ ਕੁਛ ਨਹੀਂ ਆ। ਇੱਥੇ ਪੁਲਿਸ ਨੇ ਇੱਕ ਨਿਊਜ਼ ਬਣਾ ਕੇ ਤੁਹਾਨੂੰ ਦੇ ਦੇਣੀ ਆ ਕਿ ਇਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ। ਹੁਣ ਜਿਹੜੀ ਪਵਨਪ੍ਰੀਤ ਕੌਰ ਮਿਸਿਸਾਗਾ ਦੇ ਵਿੱਚ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਹੱਤਿਆ ਕੀਤੀ, ਰੀਜਨਲ ਪੁਲਿਸ ਨੇ ਸਾਈਕਲ ਦੀ ਤਸਵੀਰ ਜਾਰੀ ਕੀਤੀ ਆ। ਸਾਈਕਲ ਉਹ ਕਸਟਡੀ 'ਚ ਲੈ ਲਿਆ। ਕੌਣ ਸੀ ਉਹ ਜਿਹੜਾ ਕਾਲੇ ਕੱਪੜਿਆਂ ਦੇ ਵਿੱਚ ਇੱਕ ਕੁੜੀ ਨੂੰ ਦਿਨ ਦਿਹਾੜੇ ਮਾਰ ਕੇ ਚਲਿਆ ਗਿਆ। ਅਸੀਂ ਕਹਿੰਦੇ ਆ ਕਿ ਸੇਫ ਕੰਟਰੀ ਆ ਕੈਨੇਡਾ, ਕਿਵੇਂ ਕੋਈ ਗੋਲੀਆਂ ਮਾਰ ਕੇ 21 ਸਾਲਾ ਪਵਨਪ੍ਰੀਤ ਕੌਰ ਨੂੰ ਮਾਰ ਕੇ ਚਲਿਆ ਗਿਆ। ਸੇਫਟੀ ਸਿਕਿਉਰਿਟੀ ਦਾ ਮੁੱਦਾ ਵੀ ਅਹਿਮ ਆ ਨਾ। ਅਸੀਂ ਸੋਚਦੇ ਹਾਂ ਕਿ ਅਸੀਂ ਪੰਜਾਬ ਦੇ ਵਿੱਚੋਂ ਆਪਣੇ ਬੱਚੇ ਬਾਹਰ ਭੇਜ ਰਹੇ ਹਾਂ ਕਿਉਂਕਿ ਸੇਫਟੀ ਸਿਕਿਉਰਿਟੀ, ਵਾਕਈ ਸੇਫਟੀ ਸਿਕਿਉਰਿਟੀ ਹੈਗੀ ਆ, ਪਰ ਗੋਲੀਆਂ ਮਾਰ ਕੇ ਕਤਲ ਕੀਤੇ ਕਿੰਨੇ ਹੀ ਕੇਸ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਅਸੀਂ ਹਰ ਰੋਜ਼ ਸੁਣਦੇ ਹਾਂ, ਤੇ ਹਰ ਰੋਜ਼ ਸੁਣ ਕੇ ਭੁੱਲ ਜਾਂਦੇ ਹਾਂ। ਪਰ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਇਸੇ ਸਿਸਟਮ ਦੇ ਵਿੱਚ ਵਿਚਰ ਰਹੇ ਹਾਂ। ਹੁਣ ਜੇ ਮੈਰਿਜ ਦੀ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 10 ਸਾਲ ਪਹਿਲਾਂ ਕੁੜੀ ਦੇ ਪਿਤਾ ਤੇ ਮੈਰਿਜ ਦਾ ਬੋਝ ਹੁੰਦਾ ਸੀ, ਤੇ ਅੱਜ ਕੱਲ੍ਹ ਉਹ ਬੋਝ ਮੁੰਡੇ ਵਾਲਿਆਂ ਤੇ ਪੈ ਗਿਆ ਕਿ ਮੁੰਡੇ ਵਾਲਿਆਂ ਨੇ ਪੈਸਾ ਲਾਇਆ, ਕੁੜੀ ਨੇ ਆਈਲੈਟਸ ਕੀਤੀ ਆ। ਪਰ ਬੋਝ ਤਾਂ ਕਿਸੇ ਤੇ ਵੀ ਨਹੀਂ ਪੈਣਾ ਚਾਹੀਦਾ। ਇਹ ਇੱਕ ਰਿਸ਼ਤਾ ਗਾ, ਰਿਸ਼ਤੇ ਨੂੰ ਅਸੀਂ ਬਿਜ਼ਨਸ ਕਿਵੇਂ ਬਣਾ ਸਕਦੇ ਹਾਂ? ਕੀ ਅਸੀਂ ਉਹ ਜਦੋਂ ਖਬਰਾਂ ਪੜ੍ਹਦੇ ਹਾਂ, ਅਸੀਂ ਸੁਣਦੇ ਹਾਂ ਕਿ ਰਿਸ਼ਤੇ ਦੇ ਵਿੱਚ ਬੱਟੇ ਸੱਟੇ ਜਾਂ ਪੈਸਿਆਂ ਦੀ ਡੀਲਿੰਗ ਹੋ ਰਹੀ ਹੈ, ਕਿ ਉਹ ਰਿਸ਼ਤੇ ਨਹੀਂ ਆ, ਉਹ ਬਿਜ਼ਨਸ ਆ। ਅਸੀਂ ਇਹਦੇ ਤੇ ਕਦੇ ਸਵਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਕੀ ਅਸੀਂ ਕੁੜੀਆਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਉਹ ਖੁਸ਼ ਨੇ? ਬਿਲਕੁਲ, ਜਿਨ੍ਹਾਂ ਦੇ ਪੁੱਤ ਜਾਂਦੇ ਨੇ ਉਹਨਾਂ ਨੂੰ ਵੀ ਬਹੁਤ ਦੁੱਖ ਹੁੰਦਾ, ਹੋਣਾ ਵੀ ਚਾਹੀਦਾ। ਉਹਨਾਂ ਦਾ ਧੀ ਪੁੱਤ ਦੀ ਜਾਨ ਗਈ ਆ ਕਿਸੇ ਇੱਕ ਬੱਚੇ ਕਰਕੇ, ਕਿਉਂਕਿ ਜਦੋਂ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਵੀ ਧੀ ਪੁੱਤ ਆਉਂਦਾ ਹੈਗਾ ਤੇ ਉਹਦੀ એનર્ਜੀ ਕਿੰਨੀ ਡਰੇਨ ਹੁੰਦੀ ਆ। ਉੱਥੇ ਬੈਠਾ, ਚਾਹੇ ਪੰਜਾਬ ਤੋਂ ਬੈਠਾ ਪੁੱਤ ਇੱਥੇ ਲੜਕੀ ਨੂੰ ਫੋਨ ਕਰ ਰਿਹਾ ਗਾ ਕਿ ਮੇਰਾ ਫੋਨ ਨਹੀਂ ਚੱਕ ਰਹੀ ਜਾਂ ਕਿੱਥੇ ਰਹਿ ਰਹੀ ਆ। ਇਹ ਆਪਣੇ ਆਪ ਦੇ ਵਿੱਚ ਸਵਾਲ ਨੇ ਸਾਡੇ ਸਾਰਿਆਂ ਦੇ ਲਈ, ਮਾਪਿਆਂ ਦੇ ਲਈ, ਕਿ ਧੀਆਂ ਨਾਲ ਇੱਥੇ ਹੋ ਕੀ ਰਿਹਾ। ਸਿਰਫ ਅਸੀਂ ਹਾਈਲਾਈਟ ਨਾ ਕਰੀਏ ਕਿ ਕੁੜੀਆਂ ਬਦਲ ਗਈਆਂ ਨੇ, ਕੁੜੀਆਂ ਨੇ ਆਪਣੇ ਜਿਹੜਾ ਹੈਗਾ ਆਪਣੇ ਆਪ ਨੂੰ ਉਸ ਮੁਲਕ ਦੇ ਵਿੱਚ ਜਾ ਕੇ ਚੇਂਜ ਕਰ ਲਿਆ, ਜਾਂ ਉਹ ਬਹੁਤ ਮਾਡਰਨਾਈਜ਼ ਹੋ ਗਈਆਂ ਨੇ। ਤੁਹਾਡੇ ਚੋਂ ਹੀ ਪੜ੍ਹ ਕੇ ਗਈਆਂ ਨੇ। 99% ਕੁੜੀਆਂ ਇੱਥੇ ਬਹੁਤ ਮਿਹਨਤੀ ਨੇ। ਤੁਸੀਂ ਸੋਚੋ, ਫੁੱਲ ਡੇ ਕਾਲਜ ਲਾਉਣਾ, ਫਿਰ ਤੁਸੀਂ ਆਪਣੀ ਇੱਥੇ ਬੇਸਮੈਂਟ ਦਾ ਰੈਂਟ ਕੱਢਣਾ, ਫਿਰ ਤੁਸੀਂ ਆਪਣੀ ਜਿਹੜਾ ਵੀ ਤੁਸੀਂ ਗਰੋਸਰੀ ਦਾ ਖਰਚਾ ਕੱਢਣਾ, ਫਿਰ ਤੁਸੀਂ ਦਿਨ ਬਰਾਤੇ ਰਾਤ ਬਰਾਤੇ ਇੱਧਰ ਉੱਧਰ ਕੰਮ ਦੀ ਭਾਲ ਵੀ ਕਰਨਾ। ਕਈ ਤਾਂ 2-2 ਜਗ੍ਹਾ ਤੇ ਸ਼ਿਫਟਾਂ ਵੀ ਕਰਦੇ ਆ। ਫਿਰ ਉਸ ਤੋਂ ਬਾਅਦ ਜਿਹੜੇ ਪਰਿਵਾਰ ਦੇ ਨਾਲ ਰਿਸ਼ਤਾ ਜੁੜਿਆ ਉਸ ਮੁੰਡੇ ਦਾ ਫੋਨ ਵੀ ਚੱਕਣਾ, ਉਹਦੇ ਨਾਲ ਵੀ ਗੱਲਬਾਤ ਕਰਨੀ। ਜੇ ਫੋਨ ਨਾ ਚੱਕਿਆ ਤਾਂ ਫਿਰ ਹੋ ਸਕਦਾ ਸਵਾਲ। ਕਈ ਤਰ੍ਹਾਂ ਦੇ ਮੈਂਟਲ ਪ੍ਰੈਸ਼ਰ ਚੋਂ ਲੰਘਦੀਆਂ ਨੇ ਕੁੜੀਆਂ, ਕਈ ਤਰ੍ਹਾਂ ਦੇ ਇਮੋਸ਼ਨਲ। ਜੇ ਸਾਡੇ ਭਰਾਵਾਂ ਲਈ ਇੱਕ ਚਿੰਤਾ ਦਾ ਵਿਸ਼ਾ, ਤਾਂ ਸਾਡੀ ਕੁੜੀਆਂ ਦੀ ਇਮੋਸ਼ਨਲ ਹੈਲਥ ਦੇ ਲਈ, ਸਾਡੀਆਂ ਧੀਆਂ ਦੀ ਇਮੋਸ਼ਨਲ ਹੈਲਥ ਦੇ ਲਈ ਵੀ ਇੱਕ ਬਹੁਤ ਵੱਡਾ ਮਸਲਾ ਗਾ। ਉਹ ਕਿਹੜੀ ਚੀਜ਼ ਨੂੰ ਹੰਢਾ ਰਹੀਆਂ ਨੇ। ਔਰ ਮੈਂ ਗੁਜ਼ਾਰਿਸ਼ ਕਰੂੰਗੀ, ਮੈਂ ਬੇਨਤੀ ਕਰਦੀ ਹਾਂ ਕਿ ਸਾਡੇ ਭੈਣ ਭਰਾ ਜਿਹੜੇ ਇੱਥੇ ਬੈਠੇ ਨੇ, ਜਿਹੜੇ ਨਾਲ ਪੜ੍ਹਨ ਆਏ ਆ ਅੰਤਰਰਾਸ਼ਟਰੀ ਵਿਦਿਆਰਥੀ, ਤੁਸੀਂ ਆਪਣੀਆਂ ਭੈਣਾਂ ਦੀ ਬਾਂਹ ਫੜਨੀ ਆ। ਕਿਤੇ ਵੀ ਕੋਈ ਵੀ ਤੁਹਾਨੂੰ ਲੱਗਦਾ ਕਿ ਮੈਂਟਲੀ, ਕਿਉਂਕਿ ਇੱਥੇ ਬੜੇ ਇਹੋ ਜਿਹੇ ਮਸਲੇ ਆ। ਸਨੋਮੈਨ ਮੂਵੀ ਦੇ ਵਿੱਚ ਵੀ ਇਹੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਮੈਂਟਲ ਇਸ਼ੂਜ਼ ਇੱਥੇ ਬਹੁਤ ਨੇ। ਕਈ ਵਾਰੀ ਅਸੀਂ ਆਪਣੇ ਦਿਲ ਦੀ ਗੱਲ ਆਪਣਿਆਂ ਦੇ ਕੋਲ ਨਹੀਂ ਕਰਦੇ, ਤੇ ਫਿਰ ਉਹ ਗੱਲ ਉਦੋਂ ਬਾਹਰ ਆਉਂਦੀ ਆ ਜਦੋਂ ਅਸੀਂ ਜਾਨ ਤੋਂ ਹੱਥ ਤੋਂ ਬੈਠਦੇ ਹਾਂ। ਜਿਸ ਤਰ੍ਹਾਂ ਇਹਨਾਂ ਸਭ ਕੇਸਾਂ ਦੇ ਵਿੱਚ ਹੋਇਆ, ਸਾਨੂੰ ਨਹੀਂ ਪਤਾ ਕੀ ਸੀ। ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ, ਪਰ ਕਿਹੜੀ
ਮੈਂਟਲ ਟੌਰਚਰ ਦੇ ਵਿੱਚੋਂ ਕੁੜੀਆਂ ਲੰਘਦੀਆਂ ਹੋਣਗੀਆਂ ਜਾਂ ਕਿੱਥੇ ਕਿਹੜੀ ਮਸਲਿਆਂ ਨਾਲ ਨਜਿੱਠਦੀਆਂ ਹੋਣਗੀਆਂ, ਉਹ ਆਪਣੇ ਆਪ ਦੇ ਵਿੱਚ ਬਹੁਤ ਬਹਾਦਰ ਨੇ। ਪੰਜਾਬੀ ਕੁੜੀਆਂ ਸਾਡੀਆਂ ਧੀਆਂ ਨੇ ਬਹੁਤ ਮਿਹਨਤਾਂ ਕੀਤੀਆਂ ਨੇ, ਉੱਥੋਂ ਇੰਨੀਆਂ ਮਿਹਨਤਾਂ ਕਰਕੇ ਆਇਲਸ ਦੇ ਇੰਨੇ ਵਧੀਆ ਸਕੋਰ ਕਰਕੇ ਇੱਥੇ ਪੂਰੇ ਪਰਿਵਾਰਾਂ ਨੂੰ ਲੈ ਕੇ ਆ ਰਹੀਆਂ ਨੇ। ਸੋ ਸਾਨੂੰ ਉਹਨਾਂ ਦੀ ਮੈਂਟਲ, ਫਿਜ਼ੀਕਲ ਤੇ ਇਮੋਸ਼ਨਲ ਹੈਲਥ ਬਾਰੇ ਜਾਣਨਾ ਬਣਦਾ। ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਤੁਹਾਡੀ ਰਾਏ ਬਹੁਤ ਇੰਪੋਰਟੈਂਟ ਆ, ਕਿਉਂਕਿ ਅਸੀਂ ਸਿਰਫ ਆਪਣੀਆਂ ਧੀਆਂ ਦਾ ਮਜ਼ਾਕ ਜਾਂ ਤਮਾਸ਼ਾ ਬਣਾ ਕੇ ਪੇਸ਼ ਨਾ ਕਰੀਏ ਕਿ ਇਸ ਮੁਲਕ 'ਚੋਂ ਜਾ ਕੇ ਸਾਡੀ ਧੀ ਉੱਥੇ ਜਾ ਕੇ ਬਦਲ ਗਈ। ਉਹ ਨਹੀਂ ਬਦਲੀ, ਉਹਦੇ ਹਾਲਾਤਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਮਸਲੇ ਬਹੁਤ ਵੱਡੇ ਨਹੀਂ, ਪਰ ਸੋਚਣਾ ਵਿਚਾਰਨਾ ਸਾਨੂੰ ਸਾਰਿਆਂ ਨੂੰ ਪੈਣਾ। ਆਸ ਕਰਦੇ ਹਾਂ ਕਿ ਤੁਸੀਂ ਸਾਡੀ ਇਹ ਅਪਰੋਚ ਜ਼ਰੂਰ ਪਸੰਦ ਕੀਤੀ ਹੋਏਗੀ। ਫਿਰ ਤੋਂ ਗੱਲਾਂ 'ਚੋਂ ਗੱਲ ਦਾ ਅਗਲਾ ਐਪੀਸੋਡ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।